ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਰੂਪਾਲੀ ਹਾਈਫਾਈ ਐਗਜ਼ਾਮ ਸਟੱਡੀ ਤੇ ਤੁਹਾਡੇ ਸਭ ਦਾ ਬਹੁਤ ਬਹੁਤ ਸਵਾਗਤ ਕਰਦੀ ਹਾਂ। ਅੱਜ ਦਾ ਸਾਡਾ ਟੌਪਿਕ ਹੈ ਜੀ ਪੰਚਸ਼ੀਲ। ਅੱਜ ਆਪਾਂ ਕਵਰ ਕਰਾਂਗੇ ਪੰਚਸ਼ੀਲ ਨਾਲ ਰਿਲੇਟਡ ਮੋਸਟ ਇੰਪੋਰਟੈਂਟ MCQs। ਤੇ ਚਲੋ ਜੀ ਸਟਾਰਟ ਕਰਦੇ ਹਾਂ। ਸਾਡਾ ਫਸਟ ਕੁਐਸਚਨ ਹੈ ਜੀ, ਪੰਚਸ਼ੀਲ ਦਾ ਅਰਥ ਹੈ ਪੰਜ ਸਮਝੌਤੇ, ਪੰਜ ਸਿਧਾਂਤ, ਪੰਜ ਨਿਯਮ ਜਾਂ ਉਪਰੋਕਤ ਸਾਰੇ। ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਡੀ, ਉਪਰੋਕਤ ਸਾਰੇ। ਪੰਚਸ਼ੀਲ ਦਾ ਅਰਥ ਆਪਾਂ ਪੰਜ ਸਮਝੌਤਿਆਂ ਨਾਲ ਵੀ ਲੈ ਸਕਦੇ ਹਾਂ, ਪੰਜ ਸਿਧਾਂਤ ਵੀ ਤੇ ਪੰਜ ਨਿਯਮ ਵੀ ਕਹਿ ਸਕਦੇ ਹਾਂ। ਸੈਕਿੰਡ ਕੁਐਸਚਨ ਹੈ, ਪੰਚਸ਼ੀਲ ਸ਼ਬਦ ਕਿਹੜੇ ਧਰਮ ਤੋਂ ਲਿਆ ਗਿਆ ਹੈ? ਤਾਂ ਇਹ ਲਿਆ ਗਿਆ ਹੈ ਜੀ ਬੁੱਧ ਧਰਮ ਤੋਂ। ਆਪਸ਼ਨ ਏ, ਪੰਚਸ਼ੀਲ ਸ਼ਬਦ ਬੁੱਧ ਧਰਮ ਦੇ ਬੌਧ ਅਭਿਲੇਖਾਂ ਤੋਂ ਲਿਆ ਗਿਆ ਹੈ। ਬੌਧ ਅਭਿਲੇਖਾਂ ਤੋਂ। ਥਰਡ ਕੁਐਸਚਨ ਹੈ, ਪੰਚਸ਼ੀਲ ਸ਼ਬਦ ਕਿਹੜੇ ਦੇਸ਼ ਤੋਂ ਲਿਆ ਗਿਆ ਹੈ? ਤਾਂ ਇਹ ਲਿਆ ਗਿਆ ਹੈ ਜੀ ਤਿੱਬਤ ਤੋਂ। ਆਪਸ਼ਨ ਏ, ਤਿੱਬਤ। ਫੋਰਥ ਕੁਐਸਚਨ ਹੈ, ਪੰਚਸ਼ੀਲ ਦਾ ਸੰਬੰਧ ਕਿਸ ਦੇਸ਼ ਨਾਲ ਹੈ? ਤਾਂ ਇਸ ਦਾ ਸੰਬੰਧ ਹੈ ਜੀ ਭਾਰਤ ਤੇ ਚੀਨ ਨਾਲ। ਆਪਣਾ ਆਨਸਰ ਹੈ ਆਪਸ਼ਨ ਸੀ, ਉਪਰੋਕਤ ਦੋਵੇਂ। ਪੰਚਸ਼ੀਲ ਸ਼ਬਦ ਦਾ ਸੰਬੰਧ ਜਾਂ ਪੰਚਸ਼ੀਲ ਸਮਝੌਤੇ ਦਾ ਸੰਬੰਧ ਭਾਰਤ ਅਤੇ ਚੀਨ ਨਾਲ ਹੈ। ਫਿਫਥ ਕੁਐਸਚਨ ਹੈ, ਪੰਚਸ਼ੀਲ ਸਮਝੌਤਾ ਕਦੋਂ ਹੋਇਆ? ਤਾਂ ਇਹ ਹੋਇਆ ਸੀ ਜੀ 29 ਅਪ੍ਰੈਲ 1954 ਵਿੱਚ। ਆਪਸ਼ਨ ਏ, 29 ਅਪ੍ਰੈਲ 1954 ਨੂੰ ਪੰਚਸ਼ੀਲ ਦਾ ਸਮਝੌਤਾ ਹੋਇਆ ਸੀ ਭਾਰਤ ਤੇ ਚੀਨ ਵਿਚਕਾਰ। ਸਿਕਸਥ ਕੁਐਸਚਨ ਹੈ, ਪੰਚਸ਼ੀਲ ਸਮਝੌਤਾ ਕਿੱਥੇ ਹੋਇਆ? ਤਾਂ ਇਹ ਹੋਇਆ ਸੀ ਜੀ ਪੰਜਾਬ ਦੇ ਨੰਗਲ ਦੇ ਰੈਸਟ ਹਾਊਸ ਸਤਲੁਜ ਸਦਨ ਵਿੱਚ। ਆਪਸ਼ਨ ਏ, ਨੰਗਲ ਦੇ ਰੈਸਟ ਹਾਊਸ ਸਤਲੁਜ ਸਦਨ ਦੇ ਵਿੱਚ। ਤਾਂ ਇਹ ਹੈ ਜੀ ਸਤਲੁਜ ਸਦਨ ਜਿਹੜਾ ਨੰਗਲ ਵਿੱਚ ਹੈ, ਜਿੱਥੇ ਪੰਚਸ਼ੀਲ ਸਮਝੌਤਾ ਹੋਇਆ ਸੀ। ਤੇ ਇਹ ਹੈ ਉਹ ਸ਼ਿਲਾ ਜਿਹਦੇ ਤੇ ਪੰਜ ਸਿਧਾਂਤ ਲਿਖੇ ਹੋਏ ਨੇ ਪੰਚਸ਼ੀਲ ਦੇ। ਸੈਵਨਥ ਕੁਐਸਚਨ ਹੈ, ਪੰਚਸ਼ੀਲ ਸਮਝੌਤੇ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਸੀ? ਤਾਂ ਇਹ ਸੀ ਜੀ ਜਵਾਹਰ ਲਾਲ ਨਹਿਰੂ। ਆਪਸ਼ਨ ਏ, ਪੰਚਸ਼ੀਲ ਸਮਝੌਤੇ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਸੀ ਪੰਡਿਤ ਜਵਾਹਰ ਲਾਲ ਨਹਿਰੂ। ਏਟਥ ਕੁਐਸਚਨ ਹੈ, ਪੰਚਸ਼ੀਲ ਸਮਝੌਤੇ ਸਮੇਂ ਚੀਨ ਦੇ ਪ੍ਰਧਾਨ ਮੰਤਰੀ ਕੌਣ ਸੀ? ਤਾਂ ਇਹ ਸੀ ਜੀ ਚਾਓ ਐਨ ਲਾਈ। ਆਪਸ਼ਨ ਏ, ਚਾਓ ਐਨ ਲਾਈ। ਪੰਚਸ਼ੀਲ ਦਾ ਸਮਝੌਤਾ ਹੋਇਆ ਸੀ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਚੀਨ ਦੇ ਪ੍ਰਧਾਨ ਮੰਤਰੀ ਚਾਓ ਐਨ ਲਾਈ ਦੇ ਵਿੱਚ। ਨਾਈਨਥ ਕੁਐਸਚਨ ਹੈ, ਪੰਚਸ਼ੀਲ ਸਮਝੌਤਾ ਕਿਸ ਨਾਲ ਸੰਬੰਧਿਤ ਸੀ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਬੀ, ਤਿੱਬਤ ਖੇਤਰ ਨਾਲ। ਪੰਚਸ਼ੀਲ ਦਾ ਸਮਝੌਤਾ ਤਿੱਬਤ ਖੇਤਰ ਦੇ ਵਿਵਾਦ ਨਾਲ ਤਾਂ ਇਹ ਨੇ ਜੀ ਪੰਚਸ਼ੀਲ ਦੇ ਪੰਜ ਸਿਧਾਂਤ। ਪਹਿਲਾ ਹੈ ਇੱਕ ਦੂਜੇ ਦੀ ਪ੍ਰਾਦੇਸ਼ਿਕ ਅਖੰਡਤਾ ਤੇ ਪ੍ਰਭੂਸੱਤਾ ਦਾ ਸਨਮਾਨ ਕਰਨਾ। ਦੂਜਾ ਹੈ ਬਰਾਬਰੀ ਤੇ ਆਪਸੀ ਲਾਭ ਦੀ ਨੀਤੀ ਦਾ ਪਾਲਣ ਕਰਨਾ। ਤੀਜਾ ਹੈ ਸ਼ਾਂਤੀਮਈ ਸਹਿ ਮੌਜੂਦਗੀ ਦੀ ਨੀਤੀ ਵਿੱਚ ਵਿਸ਼ਵਾਸ ਰੱਖਣਾ। ਚੌਥਾ ਹੈ ਇੱਕ ਦੂਜੇ ਦੇ ਵਿਰੁੱਧ ਹਮਲਾਵਰ ਕਾਰਵਾਈ ਨਹੀਂ ਕਰਨਾ। ਤੇ ਪੰਜਵਾਂ ਹੈ ਇੱਕ ਦੂਜੇ ਦੇ ਅੰਦਰੂਨੀ ਵਿਸ਼ਿਆਂ ਵਿੱਚ ਦਖਲ ਅੰਦਾਜ਼ੀ ਨਾ ਕਰਨਾ। ਇਹ ਸੀ ਪੰਚਸ਼ੀਲ ਦੇ ਪੰਜ ਸਿਧਾਂਤ। ਤੇ ਹੁਣ ਵੱਧਦੇ ਆਪਣੇ ਕੁਐਸਚਨ ਆਨਸਰ ਦੀ ਤਰਫ। 11th ਕੁਐਸਚਨ ਹੈ ਜੀ, ਹਿੰਦੀ ਚੀਨੀ ਭਾਈ ਭਾਈ ਦਾ ਨਾਅਰਾ ਕਿੱਥੇ ਦਿੱਤਾ ਗਿਆ? ਤਾਂ ਇਹ ਦਿੱਤਾ ਗਿਆ ਸੀ ਜੀ ਦਿੱਲੀ ਵਿੱਚ। ਆਪਸ਼ਨ ਬੀ, ਦਿੱਲੀ ਵਿੱਚ ਦਿੱਤਾ ਗਿਆ ਸੀ ਚੀਨੀ ਪ੍ਰਧਾਨ ਮੰਤਰੀ ਦੁਆਰਾ। 12th ਕੁਐਸਚਨ ਹੈ, ਪੰਚਸ਼ੀਲ ਸਮਝੌਤਾ ਕਿੰਨੇ ਸਮੇਂ ਲਈ ਹੋਇਆ ਸੀ? ਇਹ ਹੋਇਆ ਸੀ ਜੀ 8 ਸਾਲ ਲਈ। ਆਪਸ਼ਨ ਬੀ, 8 ਸਾਲ ਲਈ ਹੋਇਆ ਸੀ ਪੰਚਸ਼ੀਲ ਸਮਝੌਤਾ। 13th ਕੁਐਸਚਨ ਹੈ, ਪੰਚਸ਼ੀਲ ਸਮਝੌਤੇ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਮਾਨਤਾ ਕਦੋਂ ਦਿੱਤੀ ਗਈ? ਤਾਂ ਇਹਨੂੰ ਮਾਨਤਾ ਦਿੱਤੀ ਗਈ ਸੀ ਜੀ 14 ਦਸੰਬਰ 1959 ਵਿੱਚ। ਆਪਸ਼ਨ ਬੀ, 14 ਦਸੰਬਰ 1959 ਦੇ ਵਿੱਚ ਪੰਚਸ਼ੀਲ ਸਮਝੌਤੇ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਮਾਨਤਾ ਦਿੱਤੀ ਗਈ ਸੀ। 14th ਕੁਐਸਚਨ ਹੈ,
ਪੰਚਸ਼ੀਲ ਸਮਝੌਤੇ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਕਿਸ ਦੇ ਦੁਆਰਾ ਪੇਸ਼ ਕੀਤਾ ਗਿਆ? ਭਾਰਤ ਦੁਆਰਾ, ਯੂਗੋਸਲਾਵੀਆ ਦੁਆਰਾ, ਸਵੀਡਨ ਦੁਆਰਾ ਜਾਂ ਉਪਰੋਕਤ ਸਾਰੇ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਡੀ, ਉਪਰੋਕਤ ਸਾਰੇ। ਪੰਚਸ਼ੀਲ ਸਮਝੌਤੇ ਨੂੰ ਸੰਯੁਕਤ ਰਾਸ਼ਟਰ ਵਿੱਚ ਪੇਸ਼ ਕੀਤਾ ਗਿਆ ਸੀ ਭਾਰਤ, ਯੂਗੋਸਲਾਵੀਆ ਤੇ ਸਵੀਡਨ ਦੁਆਰਾ। 15th ਕੁਐਸਚਨ ਹੈ, ਪੰਚਸ਼ੀਲ ਸਮਝੌਤੇ ਨੂੰ ਧੱਕਾ ਕਦੋਂ ਲੱਗਿਆ? ਚੀਨ ਦੇ ਹਮਲੇ ਕਾਰਨ, ਭਾਰਤ ਦੁਆਰਾ ਦਲਾਈ ਲਾਮਾ ਨੂੰ ਸ਼ਰਨ ਦੇਣ ਕਾਰਨ, ਉਪਰੋਕਤ ਦੋਵੇਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਸੀ, ਉਪਰੋਕਤ ਦੋਵੇਂ। ਪਹਿਲਾ ਧੱਕਾ ਲੱਗਦਾ ਹੈ ਜਦੋਂ ਭਾਰਤ ਦੁਆਰਾ ਦਲਾਈ ਲਾਮਾ ਨੂੰ ਸ਼ਰਨ ਦਿੱਤੀ ਜਾਂਦੀ ਹੈ। ਇਹ ਚੀਨ ਨੂੰ ਬਰਦਾਸ਼ਤ ਨਹੀਂ ਹੁੰਦਾ ਤੇ ਉਹ ਹਮਲਾ ਕਰ ਦਿੰਦਾ ਹੈ, ਜਿਹਦੇ ਕਰਕੇ ਇਹ ਪੰਚਸ਼ੀਲ ਸਮਝੌਤਾ ਪੂਰੀ ਤਰ੍ਹਾਂ ਜਿਹੜਾ ਟੁੱਟ ਜਾਂਦਾ ਹੈ। 16th ਕੁਐਸਚਨ ਹੈ, ਦਲਾਈ ਲਾਮਾ ਨੂੰ ਭਾਰਤ ਵਿੱਚ ਸ਼ਰਨ ਕਦੋਂ ਦਿੱਤੀ ਗਈ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਏ, 1959 ਦੇ ਵਿੱਚ। ਦਲਾਈ ਲਾਮਾ ਨੂੰ ਭਾਰਤ ਵਿੱਚ ਸ਼ਰਨ 1959 ਵਿੱਚ ਦਿੱਤੀ ਗਈ ਸੀ। 17th ਕੁਐਸਚਨ ਹੈ, ਚੀਨ ਨੇ ਭਾਰਤ 'ਤੇ ਕਦੋਂ ਹਮਲਾ ਕੀਤਾ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਬੀ, ਅਕਤੂਬਰ 1962 ਦੇ ਵਿੱਚ। 1959 ਦੇ ਵਿੱਚ ਦਲਾਈ ਲਾਮਾ ਨੂੰ ਸ਼ਰਨ ਦੇ ਦਿੰਦਾ ਭਾਰਤ ਤੇ ਅਕਤੂਬਰ 1962 ਦੇ ਵਿੱਚ ਚੀਨ ਭਾਰਤ 'ਤੇ ਹਮਲਾ ਕਰ ਦਿੰਦਾ ਹੈ। 18th ਕੁਐਸਚਨ ਹੈ, ਪੰਚਸ਼ੀਲ ਸਿਧਾਂਤ ਨੂੰ ਹੋਰ ਕਿਹੜੇ ਸੰਮੇਲਨ ਵਿੱਚ ਅਪਣਾਇਆ ਗਿਆ? ਸਾਰਕ ਸੰਮੇਲਨ ਵਿੱਚ, ਏਸ਼ੀਆ ਅਫਰੀਕਾ ਸੰਮੇਲਨ ਵਿੱਚ, ਪਹਿਲੇ ਨੈਮ ਸੰਮੇਲਨ ਵਿੱਚ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਬੀ, ਏਸ਼ੀਆ ਅਫਰੀਕਾ ਸੰਮੇਲਨ ਵਿੱਚ। ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਨੈਮ ਵਾਲੇ ਟੌਪਿਕ 'ਚ। ਏਸ਼ੀਆ ਅਫਰੀਕਾ ਸੰਮੇਲਨ ਤੁਹਾਨੂੰ ਯਾਦ ਹੋਊਗਾ, ਬਾਂਡੁੰਗ ਸੰਮੇਲਨ ਦੀ ਆਪਾਂ ਗੱਲ ਕਰ ਰਹੇ ਹਾਂ। 19th ਕੁਐਸਚਨ, ਏਸ਼ੀਆ ਅਫਰੀਕਾ ਸੰਮੇਲਨ ਕਿੱਥੇ ਹੋਇਆ? ਤਾਂ ਇਹ ਹੋਇਆ ਸੀ ਬਾਂਡੁੰਗ ਵਿੱਚ, ਇੰਡੋਨੇਸ਼ੀਆ ਵਿੱਚ। ਆਪਸ਼ਨ ਏ, ਬਾਂਡੁੰਗ। 20th ਕੁਐਸਚਨ ਹੈ, ਏਸ਼ੀਆ ਅਫਰੀਕਾ ਸੰਮੇਲਨ ਕਦੋਂ ਹੋਇਆ? ਤਾਂ ਇਹ ਵੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਚਾਹੀਦਾ ਹੈ। ਇਹ ਹੋਇਆ ਸੀ 1955 ਦੇ ਵਿੱਚ। ਆਪਸ਼ਨ ਬੀ, 1955 ਦੇ ਵਿੱਚ ਏਸ਼ੀਆ ਅਫਰੀਕਾ ਸੰਮੇਲਨ ਜਾਂ ਬਾਂਡੁੰਗ ਸੰਮੇਲਨ ਹੋਇਆ ਸੀ। 21st ਕੁਐਸਚਨ ਹੈ, ਪੰਚਸ਼ੀਲ ਦੇ ਸਿਧਾਂਤਾਂ ਨੂੰ ਨੈਮ ਦੇ ਕਿਹੜੇ ਸੰਮੇਲਨ ਵਿੱਚ ਸਵੀਕਾਰ ਕੀਤਾ ਗਿਆ? ਤਾਂ ਇਸ ਨੂੰ ਸਵੀਕਾਰ ਕੀਤਾ ਗਿਆ ਸੀ ਪਹਿਲੇ ਨੈਮ ਸੰਮੇਲਨ ਵਿੱਚ। ਆਪਸ਼ਨ ਏ, ਤੇ ਪਹਿਲਾ ਨੈਮ ਸੰਮੇਲਨ ਹੋਇਆ ਸੀ 1961 ਦੇ ਵਿੱਚ। 22nd ਕੁਐਸਚਨ ਹੈ, ਰੂਸ ਦੁਆਰਾ ਪੰਚਸ਼ੀਲ ਸਿਧਾਂਤਾਂ ਨੂੰ ਕਦੋਂ ਅਪਣਾਇਆ ਗਿਆ? ਤਾਂ ਇਹ ਅਪਣਾਇਆ ਗਿਆ ਸੀ ਜੀ ਫਰਵਰੀ 1955 ਦੇ ਵਿੱਚ। ਆਪਸ਼ਨ ਬੀ, ਰੂਸ ਦੁਆਰਾ ਪੰਚਸ਼ੀਲ ਸਿਧਾਂਤਾਂ ਨੂੰ ਫਰਵਰੀ 1955 ਦੇ ਵਿੱਚ ਅਪਣਾਇਆ ਗਿਆ ਸੀ। 23rd ਕੁਐਸਚਨ ਹੈ, ਨਵੇਂ ਪੰਚਸ਼ੀਲ ਸਿਧਾਂਤ ਕਦੋਂ ਬਣਾਏ ਗਏ? ਤਾਂ ਇਹ ਬਣਾਏ ਗਏ ਸੀ ਜੀ 2013 ਦੇ ਵਿੱਚ। ਆਪਸ਼ਨ ਏ, 2013 ਦੇ ਵਿੱਚ ਨਵੇਂ ਪੰਚਸ਼ੀਲ ਸਿਧਾਂਤ ਬਣਾਏ ਗਏ। 24th ਕੁਐਸਚਨ ਹੈ, ਨਵੇਂ ਪੰਚਸ਼ੀਲ ਸਿਧਾਂਤ ਕਿਸ ਨੇ ਬਣਾਏ? ਤਾਂ ਇਹ ਬਣਾਏ ਸੀ ਜੀ ਮਨਮੋਹਨ ਸਿੰਘ ਨੇ। ਆਪਸ਼ਨ ਸੀ, ਮਨਮੋਹਨ ਸਿੰਘ ਨਵੇਂ ਪੰਚਸ਼ੀਲ ਸਿਧਾਂਤ ਲੈ ਕੇ ਆਏ ਸੀ, ਭਾਰਤ ਦੇ ਪ੍ਰਧਾਨ ਮੰਤਰੀ। 25th ਕੁਐਸਚਨ ਹੈ, ਨਵੇਂ ਪੰਚਸ਼ੀਲ ਸਿਧਾਂਤਾਂ ਦਾ ਨਿਰਮਾਣ ਕਿੱਥੇ ਹੋਇਆ? ਹਾਂਗਕਾਂਗ, ਸਵਿਟਜ਼ਰਲੈਂਡ, ਬੀਜਿੰਗ ਜਾਂ ਰੋਮ? ਤਾਂ ਇਸ ਦਾ ਆਨਸਰ ਹੈ ਜੀ ਆਪਸ਼ਨ ਸੀ, ਬੀਜਿੰਗ। ਬੀਜਿੰਗ ਦੇ ਸੈਂਟਰ ਪਾਰਟੀ ਸਕੂਲ ਦੇ ਵਿੱਚ ਨਵੇਂ ਪੰਚਸ਼ੀਲ ਸਿਧਾਂਤਾਂ ਦਾ ਨਿਰਮਾਣ ਹੋਇਆ। ਹੁਣ ਪੰਚਸ਼ੀਲ ਦੇ ਨਵੇਂ ਸਿਧਾਂਤ ਕਿਹੜੇ ਦਿੱਤੇ ਗਏ? ਕਿ ਭਾਰਤ ਦੀਆਂ ਵਿਕਾਸ ਤਰਜੀਹਾਂ ਵਿਸ਼ਵ ਨਾਲ ਸੰਬੰਧਾਂ ਨੂੰ ਨਿਰਧਾਰਿਤ ਕਰਨਗੀਆਂ। ਸੈਕਿੰਡ ਸੀ, ਖੇਤਰੀ ਸਹਿਯੋਗ ਅਤੇ ਕਨੈਕਟੀਵਿਟੀ ਲਈ ਵਿਸ਼ਵ ਪੱਧਰ 'ਤੇ ਵੱਡੀ ਭੂਮਿਕਾ ਭਾਰਤ ਦੁਆਰਾ ਨਿਭਾਈ ਜਾਊਗੀ। ਥਰਡ, ਭਾਰਤ ਦਾ ਧਰਮ ਨਿਰਪੱਖ, ਬਹੁਵਚਨ ਅਤੇ ਉਦਾਰ ਲੋਕਤੰਤਰ ਵਿਸ਼ਵ ਨੂੰ ਪ੍ਰੇਰਿਤ ਕਰੇਗਾ। ਫੋਰਥ, ਭਾਰਤ ਦਾ ਵਰਤਮਾਨ ਅਤੇ ਭਵਿੱਖ ਵਿਸ਼ਵ ਅਰਥ ਵਿਵਸਥਾ ਨਾਲ ਜੁੜਿਆ ਹੋਇਆ ਹੈ। ਤੇ ਫਿਫਥ, ਭਾਰਤ ਵੱਡੀਆਂ ਸ਼ਕਤੀਆਂ ਨਾਲ ਜੁੜ ਕੇ ਆਪਣੇ ਲਈ ਲਾਭਕਾਰੀ ਵੈਸ਼ਵਿਕ ਆਰਥਿਕ ਅਤੇ ਸੁਰੱਖਿਆ ਢਾਂਚਾ ਤਿਆਰ ਕਰੇਗਾ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ 90s ਦੇ ਦਸ਼ਕ ਵਿੱਚ ਮਨਮੋਹਨ ਸਿੰਘ ਲੈ ਕੇ ਆਏ ਸੀ LPG, ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਤੇ ਗਲੋਬਲਾਈਜੇਸ਼ਨ।
ਤੇ ਇਹ ਪੰਚਸ਼ੀਲ ਦੇ ਨਵੇਂ ਸਿਧਾਂਤ ਗਲੋਬਲਾਈਜੇਸ਼ਨ ਤੇ ਟਿਕੇ ਹੋਏ ਸੀ, ਵਿਸ਼ਵੀਕਰਨ ਤੇ ਆਧਾਰਿਤ ਸੀ। ਤੇ ਹੁਣ 26 ਕੁਐਸਚਨ ਦੇਖਦੇ ਹਾਂ। 26 ਕੁਐਸਚਨ ਹੈ ਜੀ, ਭਾਰਤੀ ਸੰਵਿਧਾਨ ਦਾ ਕਿਹੜਾ ਅਨੁਛੇਦ ਵਿਦੇਸ਼ ਨੀਤੀ ਨਾਲ ਸੰਬੰਧਿਤ ਹੈ? ਤਾਂ ਇਹ ਹੈ ਜੀ ਅਨੁਛੇਦ 51। ਆਪਸ਼ਨ ਏ, ਭਾਰਤੀ ਸੰਵਿਧਾਨ ਦਾ ਅਨੁਛੇਦ 51 ਵਿਦੇਸ਼ ਨੀਤੀ ਨਾਲ ਸੰਬੰਧਿਤ ਹੈ। ਭਾਰਤੀ ਸੰਵਿਧਾਨ ਦਾ ਕਿਹੜਾ ਭਾਗ ਵਿਦੇਸ਼ ਨੀਤੀ ਨਾਲ ਸੰਬੰਧਿਤ ਹੈ? ਤਾਂ ਇਹ ਹੈ ਜੀ ਭਾਗ 4। ਆਪਸ਼ਨ ਬੀ, ਭਾਰਤੀ ਸੰਵਿਧਾਨ ਦਾ ਭਾਗ 4 ਵਿਦੇਸ਼ ਨੀਤੀ ਨਾਲ ਸੰਬੰਧਿਤ ਹੈ। 28 ਕੁਐਸਚਨ ਹੈ, ਕਿਸੇ ਦੇਸ਼ ਦੀ ਵਿਦੇਸ਼ ਨੀਤੀ ਉਸ ਦੀ ਆਰਥਿਕ ਨੀਤੀ ਦਾ ਨਤੀਜਾ ਹੁੰਦੀ ਹੈ। ਇਹ ਟਿੱਪਣੀ ਕਿਸ ਦੁਆਰਾ ਕੀਤੀ ਗਈ? ਤਾਂ ਇਹ ਕੀਤੀ ਸੀ ਜੀ ਜਵਾਹਰ ਲਾਲ ਨਹਿਰੂ ਨੇ। ਆਪਸ਼ਨ ਬੀ, ਕਿਸੇ ਦੇਸ਼ ਦੀ ਵਿਦੇਸ਼ ਨੀਤੀ ਉਸ ਦੀ ਆਰਥਿਕ ਨੀਤੀ ਦਾ ਨਤੀਜਾ ਹੁੰਦੀ ਹੈ। ਇਹ ਸ਼ਬਦ ਨੇ ਜਵਾਹਰ ਲਾਲ ਨਹਿਰੂ ਦੇ। 29 ਕੁਐਸਚਨ ਹੈ, ਬੰਗਲਾਦੇਸ਼ ਇੱਕ ਸੁਤੰਤਰ ਰਾਸ਼ਟਰ ਵਜੋਂ ਉਭਰਿਆ, ਕਦੋਂ ਉਭਰਿਆ? ਇਹ ਉਭਰਿਆ ਸੀ ਜੀ ਦਸੰਬਰ 1971 ਵਿੱਚ। ਆਪਸ਼ਨ ਬੀ, ਦਸੰਬਰ 1971 ਵਿੱਚ ਬੰਗਲਾਦੇਸ਼ ਇੱਕ ਸੁਤੰਤਰ ਰਾਸ਼ਟਰ ਵਜੋਂ ਉਭਰਿਆ ਸੀ। 30th ਕੁਐਸਚਨ ਹੈ, ਵਿਦੇਸ਼ ਨੀਤੀ ਦੇ ਨਿਰਮਾਣ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਪਹਿਲੀ ਤਰਜੀਹ ਕੀ ਸੀ? ਤਾਂ ਇਹ ਸੀ ਜੀ ਰਾਸ਼ਟਰੀ ਹਿੱਤ। ਆਪਸ਼ਨ ਬੀ, ਰਾਸ਼ਟਰੀ ਹਿੱਤ ਔਰ ਰਾਸ਼ਟਰ ਦਾ ਫਾਇਦਾ ਚਾਹੁੰਦੇ ਸੀ। ਇਸੇ ਕਾਰਨ ਉਹਨਾਂ ਨੇ ਪੰਚਸ਼ੀਲ ਸਮਝੌਤਾ ਕੀਤਾ ਸੀ ਚੀਨ ਦੇ ਨਾਲ, ਪਰ ਇਹ ਸਮਝੌਤਾ ਬਹੁਤਾ ਚਿਰ ਨਹੀਂ ਚੱਲ ਸਕਿਆ ਤੇ ਆਖਿਰਕਾਰ ਜੰਗ ਛਿੜ ਜਾਂਦੀ ਹੈ ਭਾਰਤ ਤੇ ਚੀਨ ਦੇ ਵਿਚਕਾਰ। ਤਾਂ ਇਹ ਸੀ ਜੀ ਪੰਚਸ਼ੀਲ ਨਾਲ ਰਿਲੇਟਡ ਮੋਸਟ ਇੰਪੋਰਟੈਂਟ MCQs। ਆਸ਼ਾ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ। ਜੇ ਵੀਡੀਓ ਕਿਸੇ ਵੀ ਤਰ੍ਹਾਂ ਨਾਲ ਹੈਲਪਫੁਲ ਰਹੀ ਹੋਵੇ ਤਾਂ ਇਸ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਫਿਰ ਮਿਲਾਂਗੇ ਅਗਲੀ ਵੀਡੀਓ ਲੈ ਕੇ।